अमृत गुर ते पाया, अमृत गुर ते पाया। अमृत गुर ते पाया, अमृत गुर ते पाया। सुर नर मन जन अमृत खोज दे, सुर नर मन जन अमृत खोज दे, अमृत गुर ते पाया, सो अमृत गुर ते पाया, अमृत गुर ते पाया, सो अमृत गुर ते पाया। गुर ते पाया, अमृत गुर ते पाया, अमृत गुर ते पाया, अमृत गुर ते पाया। सुर नर मन जन अमृत खोज दे, सुर नर मन जन अमृत खोज दे, अमृत गुर ते पाया,
ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਾਰੇ ਮਨ ਜਾਣੇ ਅੰਮ੍ਰਿਤ ਖੋਜਦੇ ਸੁਰ ਨਾਰੇ ਮਨ ਜਾਣੇ ਅੰਮ੍ਰਿਤ ਖੋਜਦੇ ਅੰਮ੍ਰਿਤ ਗੁਰ ਤੇ ਪਾਇਆ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਏ ਫੀਸ ਕੋਈ ਨਾ ਸੋਭਾ ਸੁਣ ਕੇ ਮੈਂ ਆਣ ਦਾਖਲ ਹੋਇਆ ਦੇਣੇ ਪੈਣਗੇ 20 ਦੇ 30 ਕੋਈ ਨਾ ਐਸੀ ਜਗ ਤੇ ਕਾਇਮ ਮਿਸਾਲ ਕੀਤੀ ਜੈਦੀ ਦੁਨੀਆ ਤੇ ਕਰੂਗਾ ਰੀਸ ਕੋਈ ਨਾ ਝਾਤੀ ਮਾਰੀ ਮੈਂ ਜਦੋਂ ਕਲਾਸ ਅੰਦਰ ਤੇ ਪੜਨ ਵਾਲਿਆਂ ਦੇ ਤੜਾਂ ਤੇ ਸੀਸ ਕੋਈ ਨਾ ਬਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇਰੇ ਤੀਰ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ ਬਾਜਾਂ ਬਾਲਿਆ ਪਿਤਾ ਜੀ ਬਾਜਾਂ ਬਾਲਿਆ ਬਾਜ ਨੂੰ ਭੇਜ ਮੁੜ ਕੇ ਤੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਜਿੱਥੇ ਰਾਜਧਾਨੀ ਐਸੀ ਭੀਮ ਚਾਂਦਾ ਦੀ, ਕਿਹਾਰੀ ਖੀਆਂ ਨੇ ਪੂਰੀ ਜੋ ਆਨੰਦਾ ਦੀ, ਉਥੇ ਨਿਗਾਹ ਪੈ ਗਈ ਗੁਜਰੀ ਦੇ ਚਾਂਦਾ ਦੀ। ਜਿੱਥੇ ਹਾਰ ਹੋਈ ਬਾਈ ਤਾਰੇ ਸਰਕਾਰ ਨੂੰ ਮੇਰੀ ਬੰਦਨਾ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ। ਨਾਵੇਂ ਗੁਰਾਂ ਜੋ ਤਰਤ ਲੈ ਲਈ ਮੁੱਲ ਸੀ ਬਈ, ਨਾਵੇਂ ਗੁਰਾਂ ਜੋ, ਨਾਵੇਂ ਗੁਰਾਂ ਜੋ ਤਰਤ ਲੈ ਲਈ ਮੁੱਲ ਸੀ। ਰਾਜੇ ਨਿਆਉਂਦੇ ਜੀ ਨੂੰ ਬਾਈ ਤਾਰ ਕੁੱਲ ਸੀ ਬਈ, ਜਿੱਥੇ ਬੋਲਣ ਦੀ ਸਾਰਿਆਂ ਨੂੰ ਖੁੱਲ ਸੀ। ਉੱਚਾ ਦੱਸਿਆ, ਉੱਚਾ ਦੱਸਿਆ ਗੁਰਾਂ ਨੇ ਸਿੱਖੀ ਦੇ ਮਿਆਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ। ਉਹ ਜਿੱਥੇ ਰਾਜਧਾਨੀ ਐਸੀ ਭੀਮ ਚਾਂਦਾ ਦੀ, ਕਿਹਾਰੀ ਖੀਆਂ ਨੇ ਪੂਰੀ ਜੋ ਆਨੰਦਾ ਦੀ, ਓਏ ਉਥੇ ਨਿਗਾਹ ਪੈ ਗਈ, ਉਥੇ ਨਿਗਾਹ ਪੈ ਗਈ ਗੁਜਰੇ ਦੀ ਚਾਂਦਾ ਦੀ। ਜਿੱਥੇ ਹਾਰ ਹੋਈ ਬਾਈ ਤਾਰੇ ਸਰਕਾਰ ਨੂੰ ਮੇਰੀ ਬੰਦਨਾ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ। ਨਾਵੇਂ ਗੁਰਾਂ ਜੋ ਤਰਤ ਲੈ ਲਈ ਮੁੱਲ ਸੀ, ਰਾਜੇ ਨਿਆਉਂਦੇ ਜੀ ਨੂੰ ਵਾਈ ਤਾਰ ਕੁੱਲ ਸੀ। ਹੋ ਜਿੱਥੇ ਬੋਲਣ ਦੀ ਸਾਰਿਆਂ ਨੂੰ ਖੁੱਲ ਸੀ। ਉੱਚਾ ਦੱਸਿਆ ਗੁਰਾਂ ਨੇ ਸਿੱਖੀ ਦੇ ਮਿਆਰ ਨੂੰ, ਮੇਰੀ ਬੰਦਨਾ ਹੈ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ। ਓ ਜਿੱਥੇ ਵੱਜਿਆ ਨਗਾਰਾ ਰਾਣਾ ਜੀ ਦਾ ਸੀ, ਜਿੱਥੇ ਵੱਜਿਆ ਨਗਾਰਾ ਰਾਣਾ ਜੀਤ ਸੀ, ਜਿੱਥੇ ਸੱਚ ਨਾਲ ਸਿੰਘਾਂ ਨੂੰ ਪਾਰੀਤ ਸੀ, ਜਿੱਥੇ ਦਸ ਗੁਰੂ ਸੂਰਿਆ ਦੀ ਰੀਸ ਦੀ, ਜਿੱਥੇ ਸੁਣਿਆ ਗੁਰਾਂ ਨੇ ਦੁਖੀ ਦੀ ਪੁਕਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ। ਜਿੱਥੇ ਕਵੀ ਦੀਆਂ 12 ਸੀ ਸੁਣੀਆਂ, ਜਿੱਥੇ ਦਾਤ ਸੀ ਖਿਆਲ ਚੰਗੇ ਗੁਣੀਆਂ ਬਈ, ਜਿੱਥੇ ਖਿਆਲ ਸੀ ਖਿਆਲ ਚੰਗੇ ਗੁਣੀਆਂ, ਗੱਲਾਂ ਗੁਰਾਂ ਨੇ ਦਿਮਾਗ ਨਾਲ ਸੁਣੀਆਂ। ਹੈ ਨਮਸਕਾਰ ਉਸ ਕਵੀ ਦੇ ਭੰਡਾਰ ਨੂੰ, ਮੇਰੀ ਬੰਦਨਾ ਹੈ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸ਼ਿੰਗਾਰ ਨੂੰ। ਉਹ ਜਿੱਥੇ ਵੇਖਿਆ ਸਿਦਕਾ ਦੇਵੀ ਚੰਦ ਦਾ, ਐਸੀ ਰਾਹੀ ਜੋ ਪਿਆਰੇ ਵਾਲੇ ਫੰਦ ਦਾ, ਜਿਹੜਾ ਨਕਸ਼ਾ ਹੈ ਸਿੱਖੀ ਦੇ ਆਨੰਦ ਦਾ। ਵਾਜ ਦਿੱਤੀ ਜਿੱਥੇ ਭੀਮ ਚਾਂਦਾ ਦੀ ਵੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ। ਉਹ ਜਿੱਥੇ ਹਾਥੀ ਨਾ ਉਲਝਿਆ ਬਚਿੱਤਰ ਬਈ, ਜਿੱਥੇ ਹਾਥੀ ਨਾਲ, ਜਿੱਥੇ ਹਾਥੀ ਨਾ ਉਲਝਿਆ ਬਚਿੱਤਰ ਸੀ, ਜੋ ਆਪਸੀ ਪ੍ਰਭੂ ਦਾ ਮਿੱਤਰ। ਹਾਥੀ ਆਇਆ ਸੀ ਮੈਦਾਨ ਵਿੱਚ ਨਿੱਤਰ, ਸਿੰਘ ਸੱਦਦਾ ਸੀ ਆਪ ਮੌਤ ਮਟਿਆਰ ਨੂੰ ਬਈ, ਮੇਰੀ ਬੰਦਨਾ ਹੈ,
ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ। ਓ ਜਿੱਥੇ ਮੰਗ ਲੈ ਗੁਰਾਂ ਨੇ ਪੰਜ ਸੀਸ ਸੀ, ਓ ਜਿੱਥੇ ਮੰਗ ਲੈ ਗੁਰਾਂ ਨੇ ਪੰਜ ਸੀਸ ਸੀ, ਸਿੱਖ ਕਰ ਗਏ ਪਤੰਗਿਆਂ ਦੀ ਰੀਸ ਸੀ। ਜਿੱਥੇ ਯੋਧਿਆਂ ਨੇ ਸੀਸ ਦਿੱਤੇ ਫੀਸ ਸੀ, ਸਿਰ ਨਿਉਂਦਾ ਜਿਹਦੇ ਤੀਰ ਅਤੇ ਤਲਵਾਰ ਨੂੰ। ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ। ਓ ਮੇਰੀ ਬੇਨਤੀ ਨਾ ਕਰੋ ਹੇਰਾ ਫੇਰੀਆਂ, ਮੇਰੀ ਬੇਨਤੀ ਨਾ ਕਰੋ ਹੇਰਾ ਫੇਰੀਆਂ, ਬਾਤਾਂ ਕਵ ਤੇ ਭੰਡਾਰ ਦੀਆਂ ਅਖੇਰੀਆਂ। ਜੇ ਉਹ ਮੰਨ ਲਵੇ ਬੇਨਤੀਆਂ ਮੇਰੀਆਂ, ਜਿਹੜਾ ਰੋਕਦਾ ਲਫ਼ਜ਼ ਮਾੜੇ ਦੇ ਬੇਕਾਰ ਨੂੰ, ਬਈ ਮੇਰੀ ਬੰਦਨਾ ਹੈ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ। ਓ ਜੇ ਤੂੰ ਖੋਲ ਦੇਵੇਂ ਮੇਰ ਦੀਆਂ ਅੱਖੀਆਂ, ਓ ਜੇ ਤੂੰ ਖੋਲ ਦੇਵੇਂ ਮੇਰ ਦੀਆਂ ਅੱਖੀਆਂ, ਅਸਾਂ ਪ੍ਰੀਤਮਾਂ ਚਿਰਾਂ ਦੀਆਂ ਰੱਖੀਆਂ। ਜਿਵੇਂ ਧੰਨੇ ਦੀਆਂ ਮਿਸੀਆਂ ਸੀ ਚੱਖੀਆਂ, ਵੈਰੀ ਪਾਪੀਆਂ ਤੇ ਮਾੜਿਆਂ ਦੇ ਜਾਰ ਦੀ। ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ। ਹੋਵੇ ਜਿਹਦੇ ਤੇ ਮਿਹਰ ਤੇਰੀ ਮਿਹਰ ਦਾ, ਹੋਵੇ ਜਿਹਦੇ ਤੇ ਇਸ਼ਾਰਾ ਤੇਰੀ ਮਿਹਰ ਦਾ, ਬੰਦਾ ਡਾਂਗ ਨਾਲ ਮੁਖ ਮੋੜੇ ਸ਼ੇਰ ਦਾ, ਉਹ ਬੰਦਾ ਡਾਂਗ ਨਾਲ ਮੁਖ ਮੋੜੇ ਸ਼ੇਰ ਦਾ। ਜਿਵੇਂ ਰਾਮ ਸੀ ਸਵਾਦ ਮਿੱਠੇ ਬੇਰ ਦਾ, ਸੱਚ ਕਹਿੰਦਾ ਸੱਚ ਝੂਠ ਦੇ ਨਿਤਾਰ ਨੂੰ, ਬਈ ਮੇਰੀ ਬੰਦਨਾ ਹੈ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ, ਮੇਰੀ ਬੰਦਨਾ ਹੈ ਆਨੰਦਪੁਰੀ ਦੇ ਸੰਗਾਰ ਨੂੰ। ਓ ਸੋਨਾ ਲਾਇਆ ਜਿਨ ਵੈਰੀ ਮਾਰ ਤੀਰ ਨੂੰ, ਜਿਨੇ ਮਾਰ ਦਿੱਤਾ ਜੱਟ ਤੇ ਫਕੀਰ ਨੂੰ, ਜਿਨੇ ਤਾਰ ਦਿੱਤਾ ਜੋਗੀ ਤੇ ਜਗੀਰ ਨੂੰ, ਜਿਹੜਾ ਬਦਲੇ ਸਰੂਪ ਮੱਥੇ ਦੀ ਲਕੀਰ ਨੂੰ। ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ, ਮੇਰੀ ਬੰਦਨਾ ਆਨੰਦਪੁਰੀ ਦੇ ਸ਼ਿੰਗਾਰ ਨੂੰ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਇਹ ਸੀ ਬੰਦਨਾ, ਇਹ ਸੀ ਨਮਸਕਾਰ, ਇਹ ਸੀ ਸਤਿਗੁਰੂ ਪਾਤਸ਼ਾਹ ਜੀ ਤੋਂ ਆਗਿਆ ਲੈਣ ਦਾ ਆਪਣਾ ਉਪਰਾਲਾ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੁਝ ਨਹੀਂ ਆਉਂਦਾ, ਅਸੀਂ ਅਣਜਾਣ ਹਾਂ, ਅਸੀਂ ਮੂਰਖ ਹਾਂ, ਗਵਾਰ ਹਾਂ, ਤੇ ਕੁਝ ਕਹਿਣ ਦੀ ਅਕਲ ਬਖਸ਼ ਦੇਵੋ, ਕਿਰਪਾ ਕਰੋ ਸਾਨੂੰ ਕੁਝ ਕਹਿਣ ਲਈ ਆਗਿਆ ਬਖਸ਼ ਦੇਵੋ। ਸੋ ਸਾਧ ਸੰਗਤ ਜੀ, ਆਓ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਬੱਤ ਸੰਗਤਾਂ ਵਡਭਾਗੇ ਹੋ ਜੋ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸੋ ਅੱਜ ਦਾ ਮਹਾਨ ਦਿਨ ਬਹੁਤ ਹੀ ਇਤਿਹਾਸਕ ਦਿਨ, ਬਹੁਤ ਵੱਡਾ ਮਹਾਨ ਦਿਨ ਆ। ਇਹ ਵਿਸਾਖੀ ਦੇ ਦਿਨ ਦੀਆਂ, ਇਸ ਮਹਾਨ ਦਿਨ ਦੀਆਂ ਆਪ ਜੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ, ਕਿਉਂਕਿ ਅੱਜ ਦਾ ਦਿਨ ਉਸ ਮਹਾਨ ਸਮੇਂ ਦੀ ਯਾਦ ਦਿਲਾਉਂਦਾ ਜਦੋਂ 13 ਅਪ੍ਰੈਲ 1699 ਦੀ ਵਿਸਾਖੀ ਦਾ ਦਿਨ ਹੋਵੇਗਾ। ਕਿਤੇ 70-80 ਹਜ਼ਾਰ ਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਇਕੱਤਰ ਹੋਵੇਗਾ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ 5 ਸੀਸਾਂ ਦੀ, 5 ਸਿਰਾਂ ਦੀ ਮੰਗ ਕੀਤੀ ਹੋਵੇਗੀ ਅਤੇ 5 ਸਿੰਘਾਂ ਨੂੰ
ਖਾਲਸਾ ਸਜਾ ਕੇ, ਸਿੰਘ ਸਜਾ ਕੇ ਖਾਲਸਾ ਪੰਥ ਸਾਜਿਆ ਸਤਿਗੁਰੂ ਪਾਤਸ਼ਾਹ ਜੀ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜ ਕੇ ਬਹੁਤ ਮਹਾਨ ਇੱਕ ਕਰਤੱਵ ਕੀਤਾ ਸਿੱਖ ਕੌਮ ਲਈ। ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਕਰਤੱਵ ਕੀਤਾ, ਮਹਾਨ ਸਾਡੇ ਤੇ ਪਰਉਪਕਾਰ ਕੀਤੇ। ਸੋ ਸਾਧ ਸੰਗਤ ਜੀ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਸਿੱਖ ਕੌਮ ਤੇ, ਹਿੰਦੂ ਕੌਮ ਤੇ ਜਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਾਤਾ ਪਿਤਾ ਜੀ ਬਾਰੇ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪ੍ਰਾਣੋਂ ਪਿਆਰੇ ਜਿਗਰ ਦੇ ਟੋਟੇ 4 ਸਾਹਿਬਜ਼ਾਦੇ ਸ਼ਹੀਦ ਕਰਵਾਏ ਅਤੇ ਪ੍ਰਾਣੋਂ ਪਿਆਰੇ ਮਹਾਨ ਸਿੰਘ ਸ਼ਹੀਦ ਕਰਵਾਏ ਤੇ ਆਪਾ ਤੱਕ ਵਾਰ ਦਿੱਤਾ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜ ਕੇ ਕੁਝ ਖਾਲਸਾ ਜੀ ਤੇ ਜ਼ਿੰਮੇਵਾਰੀਆਂ ਲਾਈਆਂ ਕਿ ਜਦੋਂ ਤੱਕ ਮੇਰਾ ਖਾਲਸਾ ਆਪਣਾ ਨਿਰਪਣ ਰੱਖੇਗਾ, ਨਿਆਰਾਪਣ ਰੱਖੇਗਾ, ਮੈਂ ਸਾਰਾ ਬਲ ਬਖਸ਼ ਦੇਵਾਂਗਾ, ਬਹੁਤ ਵੱਡੀਆਂ ਬਖਸ਼ਾਂ ਕਰਾਂਗਾ। ਪਰ ਜੇ ਮੇਰਾ ਖਾਲਸਾ ਜੀ ਆਪਣਾ ਨਿਆਰਾਪਣ ਛੱਡ ਕੇ ਬ੍ਰਾਹਮਣਵਾਦੀ ਨੀਤ ਅਪਣਾਏਗਾ ਤਾਂ ਮੈਂ ਫਿਰ ਸਾਰੀਆਂ ਸ਼ਕਤੀਆਂ ਇਸ ਤੋਂ ਖਿੱਚ ਵੀ ਲਵਾਂਗਾ ਅਤੇ ਸਾਰੀਆਂ ਬਖਸ਼ਾਂ ਵਾਪਸ ਲੈ ਲਵਾਂਗਾ, ਇਸ ਨੂੰ ਨਿਤਾਣਾ ਕਰ ਦੇਵਾਂਗਾ ਅਤੇ ਮੈਂ ਇਸ ਦੀ ਪ੍ਰਤੀਤ ਨਹੀਂ ਕਰਾਂਗਾ ਮੁੜ ਕੇ। ਇਸ ਦੇ ਪਰਥਾਏ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕੀਤੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕਿਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸੋ ਸਾਧ ਸੰਗਤ ਜੀ, ਮਹਾਨ ਸਤਿਗੁਰੂ ਪਾਤਸ਼ਾਹ ਜੀ ਨੇ ਕੌਤਕ ਵਰਤਾਏ ਅਤੇ ਖਾਲਸਾ ਪੰਥ ਸਾਜ ਕੇ ਖਾਲਸਾ ਪੰਥ ਦੀਆਂ ਕੁਝ ਜ਼ਿੰਮੇਵਾਰੀਆਂ ਲਾਈਆਂ ਨੇ ਸਾਧ ਸੰਗਤ ਜੀ ਕਿ ਮੇਰੇ ਖਾਲਸਾ ਜੀ ਤੇ ਮੈਨੂੰ ਬਹੁਤ ਵੱਡੇ ਮਾਣ ਨੇ ਕਿ ਇਸਨੇ ਵੱਡੇ ਵੱਡੇ ਕਰਤੱਵ ਕਰਨੇ ਆ। ਸੋ ਸਾਧ ਸੰਗਤ ਜੀ, ਆਓ ਕੁਝ ਕਹਿਣ ਦਾ ਯਤਨ ਕਰੀਏ, ਸਤਿਗੁਰੂ ਪਾਤਸ਼ਾਹ ਜੀ ਤੋਂ ਆਗਿਆ ਲਈਏ। ਆਓ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਪਾਂ ਫਤਿਹ ਸਾਂਝੀ ਕਰੀਏ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਦਿਹਾੜਾ, ਗੱਜ ਕੇ ਆਓ ਫਤਿਹ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਧੰਨ ਧੰਨ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਅਵਤਾਰ 23 ਪੋਹ ਸੰਮਤ 1723 ਬਿਕਰਮੀ ਨੂੰ ਜਾਂ 22 ਦਸੰਬਰ 1666 ਈਸਵੀ ਨੂੰ ਪਟਨੇ ਦੀ ਧਰਤੀ ਤੇ ਬਿਹਾਰ ਰਾਜ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਪਾਵਨ ਕੁੱਖ ਤੋਂ ਹੋਇਆ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਛੋਟੀ ਉਮਰ ਵਿੱਚ ਬਹੁਤ ਹੀ ਮਹਾਨ ਹੈਰਾਨੀ ਕਰਨ ਦੇਣ ਵਾਲੇ ਕਰਤੱਵ ਕਰਕੇ ਵਿਖਾਏ। ਫਿਰ ਸਤਿਗੁਰੂ ਪਾਤਸ਼ਾਹ ਜੀ ਪਟਨੇ ਦੀ ਧਰਤੀ ਤੋਂ ਸਨ 1729 ਦੇ ਵਿੱਚ, ਸੋ ਸਾਧ ਸੰਗਤ ਜੀ, ਉਹ ਅਨੰਦਪੁਰ ਸਾਹਿਬ ਆ ਗਏ ਨੇ। ਜਦੋਂ ਸਤਿਗੁਰਾਂ ਦੀ ਉਮਰ ਬਾਲ ਅਵਸਥਾ ਵਿੱਚ ਗੋਬਿੰਦ ਰਾਏ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਸੋ ਸਾਧ ਸੰਗਤ ਜੀ, 6 ਸਾਲ ਦੀ ਉਮਰ ਸੀ, ਆਰਜੂ ਸੀ। ਸੋ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ, ਇੱਥੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਹਿੰਦੂ ਕੌਮ ਦੀ ਰੱਖਿਆ ਦੇ ਲਈ, ਉਹਨਾਂ ਦੇ ਧਰਮ ਦੀ ਰੱਖਿਆ ਦੇ ਲਈ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਸ਼ਹਾਦਤ ਦੇ ਲਈ ਆਪ ਆਪਣੇ ਮੁਖਾਰ ਬਿੰਦ ਤੋਂ ਕਹਿ ਕੇ ਭੇਜਿਆ ਕਿ ਪਿਤਾ ਜੀ, ਜੇਕਰ ਆਪ ਜੀ ਦੀ ਸ਼ਹਾਦਤ ਦੇ ਨਾਲ, ਇੱਕ ਸ਼ਹੀਦੀ ਦੇ ਨਾਲ, ਤੁਹਾਡੀ ਦੇ ਨਾਲ ਲੱਖਾਂ ਇਹਨਾਂ ਦੇ ਸਿਰ ਬਚਦੇ ਆ ਤਾਂ ਆਪ ਜੀ ਜਾ ਕੇ ਇਹਨਾਂ ਦਾ ਧਰਮ ਬਚਾਓ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਦਿੱਲੀ ਸ਼ਹਾਦਤ ਪਾਉਣ ਲਈ ਭੇਜਿਆ ਹੈ, ਉਸ ਟਾਈਮ ਸਤਿਗੁਰੂ ਪਾਤਸ਼ਾਹ ਜੀ ਦੀ ਆਰਜੂ 8 ਸਾਲ ਤੇ 10 ਮਹੀਨੇ ਤੇ 19 ਕੁ ਦਿਨ ਦੀ ਬਣਦੀ ਸੀ। 9 ਸਾਲ ਤੋਂ ਘੱਟ ਆਰਜੂ ਆ। ਸੋ ਸਾਧ ਸੰਗਤ ਜੀ, ਇਸੇ ਟਾਈਮ ਸਤਿਗੁਰੂ ਪਾਤਸ਼ਾਹ ਜੀ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਆ ਤਾਂ ਗੁਰਦੇਵ ਪਾਤਸ਼ਾਹ ਦੇ ਸਾਹਮਣੇ 3 ਚੁਣੌਤੀਆਂ ਸੀ, 3 ਰਾਹ ਸਨ। ਪਹਿਲਾ ਤਾਂ ਇਹ ਕਿ ਚੁੱਪ ਕਰਕੇ ਮੱਥਾ ਟਿਕਾਈ ਜਾਂਦੇ ਅਤੇ ਉਸ ਔਰੰਗਜ਼ੇਬ ਦਾ ਜਿਹੜਾ ਬਹੁਤ ਵੱਡਾ ਜ਼ਾਲਮ ਦਾ ਜ਼ੁਲਮ ਸੀ ਉਹਨੂੰ ਸਹੀ ਜਾਂਦੇ। ਦੂਸਰਾ ਰਸਤਾ ਇਹ ਸੀ ਕਿ ਆਪਣੇ ਪਿਤਾ ਜੀ ਦੀ ਤਰ੍ਹਾਂ ਸ਼ਾਂਤਮਈ ਰਹਿੰਦਿਆਂ ਹੋਇਆਂ ਸ਼ਹਾਦਤ ਪਾ ਜਾਂਦੇ। ਤੀਸਰਾ ਤੇ ਆਖਰੀ ਰਸਤਾ ਜਿਹੜਾ ਉਹ ਇਹ ਸੀ ਕਿ ਜਾਬਰ ਦੀ ਤਲਵਾਰ ਸੀ, ਉਸ ਦਾ ਮੁਕਾਬਲਾ ਤਲਵਾਰ ਨਾਲ ਅਤੇ ਪੂਰੀ ਸ਼ਕਤੀ ਨਾਲ ਕਰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਤੀਸਰਾ
ਤੇ ਆਖਰੀ ਰਸਤਾ ਅਪਣਾ ਲਿਆ, ਉਹਨਾਂ ਦੀ ਮਹਾਨ ਆਤਮਾ ਨੇ ਇਖਤਿਆਰ ਕਰ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਜੰਗ ਦੀਆਂ ਜਿਹੜੀਆਂ ਤਿਆਰੀਆਂ ਸੀ ਆਰੰਭ ਦਿੱਤੀਆਂ ਨੇ ਤੇ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਆ। ਯੋਧਿਆਂ ਦੀਆਂ ਵਾਰਾਂ ਸੁਣਾਈਆਂ ਜਾਣ ਲੱਗ ਪਈਆਂ। ਪਾਉਂਟਾ ਸਾਹਿਬ ਦੀ ਧਰਤੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਚ ਕੋਟੀ ਦੇ 52 ਕਵੀ ਰੱਖੇ ਆ, ਜਿਹੜੇ ਆਪਣੀਆਂ ਵਾਰਾਂ ਦੇ ਨਾਲ ਯੋਧਿਆਂ ਦੇ ਵਿੱਚ ਵੀਰ ਰਸ ਭਰਦੇ ਸਨ ਅਤੇ ਵੀਰ ਰਸ ਭਰ ਕੇ ਉਹਨਾਂ ਨੂੰ ਜੰਗ ਲਈ ਤਿਆਰ ਕਰਦੇ ਸਨ। ਸੰਮਤ 1739 ਬਿਕਰਮੀ ਵਿੱਚ ਗੁਰਦੇਵ ਪਿਤਾ ਜੀ ਨੇ ਨੰਦ ਲਾਲ ਜੀ ਪਾਸੋਂ ਰਣਜੀਤ ਨਗਾਰਾ ਤਿਆਰ ਕਰਵਾਇਆ, ਜਿਸ ਦੇ ਉੱਪਰ ਔਰੰਗਜ਼ੇਬ ਜ਼ਾਲਮ ਵੱਲੋਂ ਪਾਬੰਦੀ ਲਾਈ ਹੋਈ ਸੀ, ਉਹੀ ਕੰਮ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਤਿਆਰ ਕਰਵਾ ਕੇ ਸੰਮਤ 1743 ਬਿਕਰਮੀ ਵਿੱਚ ਭੰਗਾਣੀ ਦੀ ਪਹਿਲੀ ਲੜਾਈ ਹੋਈ ਆ, ਪਹਿਲਾ ਯੁੱਧ ਹੋਇਆ, ਜਿਸ ਵਿੱਚ ਗੁਰਦੇਵ ਪਾਤਸ਼ਾਹ ਜੀ ਦੇ ਪਾਸ 2000 ਸਿੱਖ ਫੌਜੀ ਸਨ, ਸਿੱਖ ਸੰਗਤਾਂ ਸਨ, ਯੋਧੇ ਸਨ ਅਤੇ ਉਧਰ ਪਹਾੜੀ ਰਾਜਿਆਂ ਦੀ ਮੁਗਲ ਸਰਕਾਰ ਦੀ ਜਿਹੜੀ ਗਿਣਤੀ ਉਹਦੇ ਫੌਜੀਆਂ ਦੀ ਉਹ 10,000 ਤੋਂ 15,000 ਸੀ। ਪਰ ਉਸ ਯੁੱਧ ਦੇ ਵਿੱਚ ਜਿਹੜੀ ਮੁਕੰਮਲ ਜਿੱਤ ਹੋਈ ਆ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਹੋਈ ਆ। ਦੂਸਰਾ ਯੁੱਧ ਨਦੌਣ ਦਾ ਯੁੱਧ ਹੋਇਆ 1746 ਬਿਕਰਮੀ ਦੇ ਵਿੱਚ, ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਜਿੱਤ ਹੋਈ ਆ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਜਿਤਨੇ ਵੀ ਯੁੱਧ ਲੜੇ ਆ, 14 ਮਹਾਨ ਯੁੱਧ ਲੜੇ ਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ 14 ਦੇ 14 ਯੁੱਧ ਮੁਕੰਮਲ ਜਿੱਤ ਪ੍ਰਾਪਤ ਕੀਤੀ ਆ ਚੜ੍ਹਦੀ ਕਲਾ ਦੇ ਨਾਲ। ਸੋ ਸਾਧ ਸੰਗਤ ਜੀ, ਸਮਾਂ ਬੀਤਦਾ ਗਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋਚ ਰਹੇ ਸਨ ਕਿ ਸਿੱਖ ਕੌਮ ਨੂੰ ਕੋਈ ਨਵਾਂ ਸਰੂਪ ਦਿੱਤਾ ਜਾਵੇ। ਸਿੱਖ ਕੌਮ ਬਹੁਤ ਨਿਰਬਲ ਹੋ ਚੁੱਕੀ ਆ। ਇਹ ਵਿਚਾਰ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਮਤ 1756 ਬਿਕਰਮੀ ਨੂੰ ਵਿਸਾਖੀ ਤੋਂ ਪਹਿਲਾਂ, ਜਾਂ ਆਪਾਂ ਕਹੀਏ ਕਿ 30 ਮਾਰਚ ਜਾਂ 31 ਮਾਰਚ 1699 ਨੂੰ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਮਾਲਕ ਸੱਚੇ ਪਾਤਸ਼ਾਹ ਨੇ ਚਿੱਠੀਆਂ ਪਾ ਕੇ ਇਹ ਸੁਨੇਹੇ ਭੇਜ ਦਿੱਤੇ। ਇਹ ਕਿਹਾ ਕਿ ਅਨੰਦਪੁਰ ਸਾਹਿਬ ਸਾਰੀਆਂ ਸੰਗਤਾਂ ਇਕੱਤਰ ਹੋਵੋ। ਸੋ ਸਾਧ ਸੰਗਤ ਜੀ, ਮਾਲਕ ਦੇ ਹੁਕਮ ਦੇ ਨਾਲ, ਸਤਿਗੁਰਾਂ ਦੇ ਹੁਕਮ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ 70 ਤੋਂ 80 ਹਜ਼ਾਰ ਦਾ ਇਕੱਠ ਵਿਸਾਖੀ ਦੇ ਮੌਕੇ ਤੇ ਇਕੱਤਰ ਹੋਇਆ। ਸੋ ਸਾਧ ਸੰਗਤ ਜੀ, ਬਹੁਤ ਵੱਡਾ ਪੰਡਾਲ ਸਜਾਇਆ ਗਿਆ। ਸਾਰਾ ਇਕੱਠ 80 ਹਜ਼ਾਰ ਜਿਹੜੀਆਂ ਸੰਗਤਾਂ ਪਹੁੰਚੀਆਂ ਸੀ, ਉਸ ਨੂੰ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡਾ ਪੰਡਾਲ ਸਜਾ ਕੇ ਪੰਡਾਲ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਤੰਬੂ ਬਣਾ ਲਿਆ। ਸਤਿਗੁਰੂ ਪਾਤਸ਼ਾਹ ਜੀ ਤੰਬੂ ਦੇ ਅੰਦਰ ਗਿਆ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕਮਿਕ ਹੋ ਕੇ ਕੋਈ ਕੌਤਕ ਵਰਤਾਇਆ ਅਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਬਾਹਰ ਸਟੇਜ ਤੇ ਆਏ ਨੇ। ਮੇਰੇ ਸਤਿਗੁਰੂ ਪਾਤਸ਼ਾਹ ਜੀ 80 ਹਜ਼ਾਰ ਦੇ ਇਕੱਠ ਨੂੰ ਇਹ ਲਲਕਾਰ ਕੇ ਕਹਿ ਰਿਹਾ, ਇਹ ਵਗਾਰ ਕੇ ਆਖਿਆ ਕਿ ਅਸਾਂ ਮੁਰਦਾ ਹੋ ਚੁੱਕੀ ਕੌਮ ਨੂੰ ਇੱਕ ਨਵੀਂ ਰੂਹ ਫੂਕਣੀ ਹੈ ਅਤੇ ਅਸੀਂ ਗਿੱਦੜਾਂ ਨੂੰ ਸ਼ੇਰਾਂ ਦਾ ਜਾਮਾ ਦੇਵਾਂਗੇ। ਹੁਣ ਨਵੇਂ ਯੁੱਗ ਵਿੱਚ ਇੱਕ ਨਵੀਂ ਕੌਮ ਦੀ ਉਸਾਰੀ ਕਰਨੀ ਆ। ਹੁਣ ਜਿਸ ਤਰ੍ਹਾਂ 80 ਹਜ਼ਾਰ ਦੇ ਇਕੱਠ ਨੂੰ ਸਤਿਗੁਰੂ ਪਾਤਸ਼ਾਹ ਜੀ ਵਗਾਰ ਕੇ ਇੱਕ ਨਵੀਂ ਉਸਾਰੀ ਕਰਨ ਲਈ ਕਹਿ ਰਹੇ ਆ, ਉਸ ਸਮੇਂ ਦੇ ਸੀਨ ਨੂੰ ਇਹ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ। ਪਿਆਰ ਨਾਲ ਸਰਵਣ ਕਰੋ ਜੀ। ਢੰਗ ਜਿਉਂਦਾ ਦੱਸਾਂਗੇ ਡਾਰਾ ਪੋਕਾਂ ਨੂੰ, ਖੂਨ ਪੀਂਦੀਆਂ ਨਹੀਂ ਰਹਿਣ ਦੇਣਾ ਜੋਕਾਂ ਨੂੰ, ਰਹਿਣ ਦੇਣਾ ਨਹੀਂ ਗੁਲਾਮੀ ਵਿੱਚ ਲੋਕਾਂ ਨੂੰ, ਰਹਿਣ ਦੇਣਾ ਨਹੀਂ ਗੁਲਾਮੀ ਵਿੱਚ ਲੋਕਾਂ ਨੂੰ। ਆਸਾ ਸੋਚ ਦਿਲੋਂ ਸੋਚ ਕੇ ਵਿਚਾਰੀਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ। ਅੱਗ ਮੱਚਦੀ ਹੈ ਕਹਿਰ ਤੇ ਤੂਫਾਨ ਦੀ, ਓਏ ਅੱਗ ਮੱਚਦੀ ਹੈ ਕਹਿਰ ਤੇ ਤੂਫਾਨ ਦੀ, ਕੋਈ ਸੁਣਦਾ ਨਹੀਂ ਗੱਲ ਇਨਸਾਨ ਦੀ, ਕੋਈ ਰੱਖੇ ਨਾ ਰਸਮ ਵੰਡ ਖਾਣ ਦੀ। ਅਸਾਂ ਪਿਛਲੇ ਰਿਵਾਜ ਉੱਕੇ ਹੀ ਹਟਾਉਣੇ ਨੇ, ਅਸੀਂ ਗਿੱਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ, ਅਸੀਂ ਗਿੱਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ। ਉਹ ਢੰਗ ਜਿਉਣ ਦਾ ਦੱਸਾਂਗੇ ਡਾਰੇ ਪੋਕਾਂ ਨੂੰ, ਢੰਗ ਜਿਉਣ ਦਾ ਦੱਸਾਂਗੇ ਡਾਰਾ ਪੋਕਾਂ ਨੂੰ, ਖੂਨ ਪੀਂਦੀਆਂ ਨਹੀਂ ਰਹਿਣ ਦੇਣਾ ਜੋਕਾਂ ਨੂੰ, ਰਹਿਣ ਦੇਣਾ ਨਹੀਂ ਗੁਲਾਮੀ ਵਿੱਚ ਲੋਕਾਂ ਨੂੰ। ਆਸਾ ਸੋਚ ਦਿਲੋਂ ਸੋਚ ਕੇ ਵਿਚਾਰੀਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ। ਅੱਗ ਮੱਚਦੀ ਹੈ ਕਹਿਰ ਤੇ ਤੂਫਾਨ ਦੀ, ਕੋਈ ਸੁਣਦਾ ਨਹੀਂ ਗੱਲ ਇਨਸਾਨ ਦੀ, ਕੋਈ ਰੱਖੇ
रखे ना रसम वंड खाण दी, कोई रखे ना रसम वंड खाण दी। असां पिछले रिवाज उक ही हटाउणे ने, असी गिद्धड़ा तो शेर सूर में बनाउणे ने, असी गिद्धड़ा तो शेर सूर में बनाउणे ने। ਓਏ ਅਸੀਂ ਅਣਹੋਣੀ ਕਰ ਦਿਆਂਗੇ ਹੋਣੀ ਨੂੰ, ਅਸਾਂ ਛੱਡਣਾ ਨਹੀਂ ਡੈਣ ਡੈਣ ਖੋਣੀ ਨੂੰ, ਨਹੀਂ ਡੁੱਬ ਕੇ ਮਾਰਨ ਦੇਣਾ ਸੋਹਣੀ ਨੂੰ। ਲਾਉਣੀ ਦੁੱਖਾਂ ਦੇ ਸਮੁੰਦਰ ਵਿੱਚ ਤਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਹ ਸਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਹ ਸਾਰੀ ਐ ਨਵੀਂ। कोई तोड़े क्यों अध खीड़े फुल नू, क्यों तोड़े कोई अध खीड़े फुल नू। लाल बिक दे क्यों कौडियां दे मुल नू, ललकार के ते आख दे हा कुल नू, ललकार के ते आख दे हा कुल नू। असी गिद्धड़ा तो असी चिड़ियां तो मुख बाजां दे पनाउणे ने, असी चिड़ियां तो मुख बाजां दे पनाउणे ने। असी गिद्धड़ा तो शेर सूर में बनाउणे ने, गिद्धड़ा तो शेर सूर में बनाउणे ने। ਉਹ ਹੁਣ ਪਾਲ ਜਾ ਤੇ ਰਾਜਾ ਇੱਕ ਪਾਰ ਦੇ, ਲਛੇ ਟੁੱਟਣ ਨਾ ਹੀਰਿਆਂ ਦੇ ਹਾਰ ਦੇ। ਮਾਪੇ ਰੋਣ ਕਿਉਂ ਨਾ ਪੁੱਤਰ ਬਿਮਾਰ ਦੇ, ਨਵੇਂ ਰਾਜਿਆਂ ਨੇ ਕਰਨੀ ਮੁਕਾਈ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਹ ਸਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਹ ਸਾਰੀ ਐ ਨਵੀਂ। कोई माड़ियां नू बेख भूखे कूरे क्यों, कोई माड़ियां नू बेख बेख कूरे क्यों। रहिंदे ख्याल सच्चाई दे अंधूरे क्यों, बीत गई ते अकल वाला चूरे क्यों, बीत गई ते अकल वाला चूरे क्यों। असी घोगियां तो हुण लाल ना हटाउणे ने, असी गिद्धड़ा तो शेर सूर में बनाउणे ने, गिद्धड़ा तो शेर सूर में बनाउणे ने। ओ शेर बकरीए के था पानी पीणगे, ओ शेर बकरीए के था पानी पीणगे। जिन्नी आजू लोग रज नाल जीणगे, वीर वीरां दे दिलां दे फट सीणगे। असां लभ लई जो लग गई बिमारी है नवीं, नवें युग विच करनी ओ सारी है नवीं, नवें युग विच करनी ओ सारी है नवीं। असी जड़ तो मका देंगे और नू, असी जड़ा तो मका देंगे और नू। बैरी दिलां विच रख दे ने खौर नू, दुख पैणगे ना गुरु के लहर नू, दुख पैणगे ना गुरु के लहर नू। असी कंडियां ते टोले भी खुशी दे गाउणे ने, असी गिद्धड़ा तो शेर सूर में बनाउणे ने, गिद्धड़ा तो शेर सूर में बनाउणे ने। ओ कोई लुट खाना कूरना मालांगा नू, असी पान चार ला देंगे जंग नू। जेड़े खंघदे ने ईरखा दी खंघ नू, जेड़े खंघदे ने ईरखा दी खंघ नू। कुली टा के ओ सारनी ओ टारी है नवीं, नवें युग विच करनी ओ सारी है नवीं, नवें युग विच करनी ओ सारी है नवीं। ओ जोगी कहण ललकार के ते जग नू, जोगी कहण ललकार के ते जग नू। सोजी लग जूगी लुट खाने जग नू, सोजी लग जूगी लुट खाने वग नू। लहण देना नहीं अणख वाली पग नू, बई हुण लहण देना नहीं अणख वाली पग नू। संत गुरमुख जंगीर ने खुशी दे गाउणे ने, असी गिद्धड़ा तो शेर सूर में बनाउणे ने, असी गिद्धड़ा तो शेर सूर में बनाउणे ने। सो इस तरह साध संगत जी समा जितना दिता गया सी तकरीबन समाप्त हो गया ते समय विच रहिंदिਆਂ ਹੋਇਆਂ समय की कदर करिए। सो आप जी सरबत संगतां दा, प्रबंधक कमेटी का, सारियां इलाका निवासी संगतां दा, ग्रंथी साहिबान सारे ही संगतां दा बहुत बहुत धन्नवाद है जिन्हां ने निमाणे जे जथे नूं
ਸਮਾਂ ਦੇ ਕੇ ਨਵਾਜਿਆ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਅੱਜ ਮਹਾਨ ਦਿਨ ਦੇ ਵਿੱਚ ਜੋ ਵੀ ਸਾਰਾ ਅੱਜ ਦਾ ਕ੍ਰੈਡਿਟ ਜਾਂਦਾ ਹੈ ਮੇਰੇ ਸਤਿਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ। ਸੋ ਸਾਧ ਸੰਗਤ ਜੀ, ਸਤਿਗੁਰਾਂ ਨੇ ਇਸ ਤਰ੍ਹਾਂ ਮਹਾਨ ਕਰਤੱਵ ਕਰਕੇ 5 ਸਿੰਘਾਂ ਦੀ ਸਾਜਨਾ ਕਰਕੇ 5 ਸੀਸਾਂ ਦੀ ਮੰਗ ਕੀਤੀ ਆ ਤੇ 5 ਸਿੰਘ 5 ਸਿੱਖ ਵਾਰ-ਵਾਰ ਸਤਿਗੁਰੂ ਦੇ ਪਾਸ ਪਹੁੰਚੇ ਆ, ਆਪਣਾ ਸੀਸ ਭੇਟ ਕੀਤਾ। ਸਤਿਗੁਰਾਂ ਨੇ ਸੀਸ ਜਿਹੜਾ ਹੈ ਤਲਵਾਰ ਦੇ ਨਾਲ ਧੜ ਤੋਂ ਲੱਗ ਕੀਤੇ ਆ ਤੇ 5 ਸਿੰਘਾਂ ਨੂੰ ਦੁਬਾਰਾ ਸਰਜੀਤ ਕਰਕੇ 5 ਸਿੰਘ ਸਾਜ ਕੇ ਖਾਲਸਾ ਪੰਥ ਸਾਜਿਆ। ਸੋ ਸਾਧ ਸੰਗਤ ਜੀ, ਮਹਾਨ ਕਰਤੱਵ ਕਰਕੇ ਸਿੱਖ ਕੌਮ ਨੂੰ ਇੱਕ ਜੀਂਦਾ ਰੂਹ, ਜੀਂਦਾ ਜੋ ਜਿਹੜਾ ਹੈਗਾ ਰਹਿਣ ਦਾ ਬਲ ਬਖਸ਼ਿਆ ਹੈ। ਬਹੁਤ ਵੱਡੀਆਂ ਵੱਡੀਆਂ ਬਖਸ਼ਾਂ ਕੀਤੀਆਂ ਨੇ। ਸੋ ਇਤਨਾ ਹੀ ਪ੍ਰਵਾਨ ਕਰਨਾ ਅਸੀਂ ਅੱਜ ਦੇ ਇਸ ਮਹਾਨ ਦਿਨ ਤੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਜੋ ਸਿੱਖ ਚੈਨਲ ਵੱਲੋਂ ਆਇਆ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਚੈਨਲ ਸਾਧ ਸੰਗਤ ਜੀ ਜਿਹੜਾ ਵੀ ਆਪਣਾ ਮੀਡੀਆ ਹੈ ਇਹ ਸਿੱਖ ਕੌਮ ਦੀ ਜਿੰਦ ਜਾਨ ਹੋਇਆ ਕਰਦਾ। ਜਦੋਂ ਸਾਡੇ ਕੋਲ ਆਪਣਾ ਕੋਈ ਮੀਡੀਆ ਨਹੀਂ ਸੀ ਤਾਂ ਸਾਡੀ ਬਹੁਤ ਵੱਡੀ ਦੁਰਦਸ਼ਾ ਹੋਈ ਆ। ਸਾਨੂੰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਮਾਰ ਦਿੱਤਾ ਗਿਆ। 50-50 ਹਜ਼ਾਰ ਸਾਡਾ ਨੌਜਵਾਨ ਸ਼ਹੀਦ ਕਰਤਾ ਤੇ ਸਾਨੂੰ ਪਤਾ ਤੱਕ ਨਹੀਂ ਲੱਗਿਆ ਕੀ ਹੋ ਰਿਹਾ। ਉਹ ਪਰਦੇ ਦੇ ਵਿੱਚ ਉਸ ਨੂੰ ਦੱਬ ਦਿੱਤਾ ਗਿਆ। ਸਾਡਾ ਜੇ ਮੀਡੀਆ ਅੱਗੇ ਆਇਆ ਤਾਂ ਤੁਸੀਂ ਦੇਖਦੇ ਹੋ ਹੁਣ ਰੋਜ਼ ਆਪਾਂ ਟੈਲੀਵਿਜ਼ਨਾਂ ਤੇ ਘਰ ਘਰ ਕਿਵੇਂ ਉਹ ਦੱਬੀਆਂ ਹੋਈਆਂ ਗੱਲਾਂ ਸਾਨੂੰ ਨਿਕਲ ਰਹੀਆਂ ਤੇ ਸਾਨੂੰ ਹੈਰਾਨਗੀ ਲੱਗ ਜਾਂਦੀ ਆ। ਇਸ ਕਰਕੇ ਮੀਡੀਆ ਦੀ ਬੜੀ ਲੋੜ ਸੀ। ਮੀਡੀਆ ਇਹ ਜੋ ਸਿੱਖ ਚੈਨਲ ਆ ਸਾਡੇ ਲਈ ਬਹੁਤ ਲਾਹੇਵੰਦ, ਸਾਡਾ ਹੱਕ ਬਣਦਾ ਕਿ ਅਸੀਂ ਵੱਧ ਤੋਂ ਵੱਧ ਸਿੱਖ ਚੈਨਲ ਦੀ ਮਦਦ ਕਰੀਏ, ਸਿੱਖ ਚੈਨਲ ਦੀ ਸੇਵਾ ਕਰੀਏ, ਜੋ ਵੀ ਆਰਥਿਕ ਤੌਰ ਤੇ ਆ ਸੇਵਾਵਾਂ ਨਿਭਾਈਏ। ਸੋ ਸਾਧ ਸੰਗਤ ਜੀ, ਸਾਰੀ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ। ਭਾਈ ਸਾਹਿਬ ਜੀ ਪਹੁੰਚੇ ਨੇ ਸਤਿਕਾਰ ਜੋ ਸਾਡੇ ਬਰਛੀ ਲਿਓਨਾ ਤੋਂ, ਤੇ ਉਹਨਾਂ ਨੇ ਵੀ ਸਮਾਂ ਲੈਣਾ। ਸਾਡਾ ਇਤਨਾ ਹੀ ਸਮਾਂ ਤੁਸੀਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਆਪ ਜੀ ਦਾ ਸ਼ੁਭ ਨਾਮ? ਆਕਾਸ਼ਦੀਪ ਸਿੰਘ ਜੀ। ਕਾਸ਼ਦੀਪ ਸਿੰਘ ਜੀ, ਅੱਜ ਇੱਥੇ ਅੰਪੋਸ ਤੇ ਖਾਲਸੇ ਦਾ ਪ੍ਰਗਟ ਦਿਵਸ ਮਨਾਇਆ ਗਿਆ ਬਹੁਤ ਸ਼ਰਧਾ ਨਾਲ, ਤੇ ਤੁਸੀਂ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਸਿੱਖ ਚੈਨਲ ਰਾਹੀਂ? ਸਿੱਖ ਚੈਨਲ ਰਾਹੀਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਇੱਕ ਤੇ ਸਿੱਖ ਚੈਨਲ ਵਾਲਿਆਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਮਤਲਬ ਕਿ ਦੁਨੀਆ ਵਿੱਚ ਥਾਂ ਥਾਂ ਤੇ ਜਿਹੜਾ ਪ੍ਰਚਾਰ ਹੋ ਰਿਹਾ ਤੇ ਸਾਰੀ ਜਗ੍ਹਾ ਤੇ ਇਹਨੂੰ ਦਿਖਾ ਰਹੇ ਨੇ ਅਤੇ ਸਿੱਖ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਪਏ ਨੇ ਤੇ ਸਿੱਖੀ ਨਾਲ ਜੋੜਨ ਦੀ ਜੋ ਇਹਨਾਂ ਦੀ ਕੋਸ਼ਿਸ਼ ਹੈ ਬਹੁਤ ਵਧੀਆ ਚੱਲਦੀ ਪਈ ਹੈ। ਅਤੇ ਅੱਜ ਦੀਆਂ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਤੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣੋ ਅਤੇ ਮਾਤਾ ਗੁਜਰੀ ਜੀ ਦੇ ਧੀਆਂ ਬਣੋ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ? ਦਾਸ ਸਣੀ ਮਜੀਠਾ ਕਿਹਾ ਜਾਂਦਾ ਜੀ। ਸਨੀ ਮਜੀਠਾ ਜੀ, ਅੱਜ ਖਾਲਸੇ ਦਾ ਪ੍ਰਗਟ ਦਿਵਸ ਇੱਥੇ ਮਨਾਇਆ ਗਿਆ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਅੱਜ ਦੇ ਦਿਨ? ਜੀ ਅੱਜ ਦਾ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਇਆ ਗਿਆ ਜੀ, ਬੜੀ ਧੂਮਧਾਮ ਦੇ ਨਾਲ। ਅੱਗੇ ਨਾਲੋਂ ਪਿਛਲੀ ਵਾਰੀ ਦੇ ਨਾਲੋਂ ਐਤਕੀ ਸੰਗਤ ਵੱਧ ਆ। ਇਹ ਇੱਥੇ ਗੁਰਦੁਆਰਾ ਸਾਹਿਬ ਆ ਕਿ ਤੁਸੀਂ ਇੱਦਾਂ ਮਨਾਉਂਦੇ? ਨਹੀਂ, ਇੱਥੇ ਹਰ ਵਾਰੀ ਇਹੋ ਹੀ ਪੱਕਾ ਹਾਲ ਆ, ਰੈਗੂਲਰ 5 ਸਾਲ ਦੇ ਤੁਹਾਨੂੰ ਇਹੋ ਮਿਲ ਰਿਹਾ ਆ ਤੇ ਕਮੇਟੀ ਇਹ ਜਾਨੀ ਕਿ ਇੱਥੇ ਗਠਿਤ ਕੀਤੀ ਹੋਈ ਆ, ਪਰ ਗੁਰਦੁਆਰਾ ਸਾਹਿਬ ਵਾਸਤੇ ਜਗ੍ਹਾ ਪੋਸਟ ਦੇ ਵਿੱਚ ਕਿੰਨੀਆਂ ਕੁ ਸੰਗਤਾਂ ਹੈ? ਅੰਪੋਸਤ ਦੇ ਵਿੱਚ ਤਕਰੀਬਨ ਫੈਮਲੀਆਂ ਆ 45 ਤੋਂ 50 ਫੈਮਲੀਆਂ ਆ, ਬਾਕੀ 200 ਦੇ ਕਰੀਬ ਆਪਣੇ ਪੰਜਾਬੀ ਭਾਈਚਾਰਾ ਹੈਗਾ ਇੱਥੇ। ਇੱਥੇ ਆਪਣੇ ਭਾਈਚਾਰਾ ਕਾਹਦਾ ਕੰਮ ਕਰਦਾ ਜਿਆਦਾ? ਇੱਥੇ ਜਿਆਦਾ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਹੈ ਐਗਰੀਕਲਚਰ ਦੇ ਉੱਤੇ ਡਿਪੈਂਡ ਆ। ਇਹ ਤੋਂ ਪਹਿਲਾਂ ਸੀਗਾ ਫੈਕਟਰੀ ਲਾਈਨ ਦਾ ਵੀ ਕੰਮ ਸੀਗਾ, ਪਰ ਉਹ ਹੁਣ ਬੰਦ ਹੋਣ ਕਰਕੇ, ਕੰਸਟਰਕਸ਼ਨ ਦਾ ਕੰਮ ਬੰਦ ਹੋਣ ਕਰਕੇ ਹੁਣ ਸਿਰਫ ਐਗਰੀਕਲਚਰ ਦਾ ਹੀ ਕੰਮ ਰਹਿ ਗਿਆ ਆ। ਚਾਹੇ ਕੋਈ ਹੋਰ ਤੁਸੀਂ ਅੱਜ ਸਿੱਖ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ ਅੱਜ? ਅਸੀਂ ਸਿੱਖ ਚੈਨਲ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਆਣ ਕੇ ਤੁਸੀਂ ਇੱਥੇ ਅੱਜ ਪ੍ਰੋਗਰਾਮ ਸ਼ੂਟ ਕੀਤਾ ਤੇ ਇੱਥੋਂ ਹੁਣ ਤੁਸੀਂ ਪੂਰੇ ਵਰਲਡ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਬੈਠੇ ਪੰਜਾਬੀ ਇੱਥੋਂ ਦੀਆਂ ਸੰਗਤਾਂ ਨੂੰ, ਸਮੂਹ ਸੰਗਤਾਂ ਨੂੰ ਦੇਖ ਰਹੇ ਨੇ ਤੇ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਸਿੱਖ ਚੈਨਲ ਇੱਕ ਇਕੱਲਾ ਹੀ ਚੈਨਲ ਆ ਕਿ ਜਿਹੜਾ ਸਿੱਖਾਂ ਦੀ ਆਵਾਜ਼ ਨੂੰ ਹਰੇਕ ਟਾਈਮ ਉਠਾਉਂਦਾ ਆ ਤੇ ਸਾਨੂੰ ਸਾਰੀ ਸਮੂਹ ਸਿੱਖ ਜਗਤ ਨੂੰ ਚਾਹੀਦਾ ਆ ਕਿ ਤਨੋਂ ਮਨੋਂ ਤੇ ਧਨੋਂ ਸਿੱਖ ਚੈਨਲ ਦਾ ਸਾਥ ਦੇਣਾ ਚਾਹੀਦਾ ਆ ਤਾਂ ਜੋ ਇਹ ਹਰੇਕ ਪੰਜਾਬ ਦੇ ਵਿੱਚ ਵੀ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਪਹੁੰਚਿਆ ਸਪੇਨ ਦੇ ਸ਼ਹਿਰ ਅੰਪੋਸ ਤੇ ਸਾਡੇ ਨਾਲ ਇੱਕ ਵੀਰ ਜੀ ਨਾਲ, ਆਓ ਇਹਨਾਂ ਦੇ ਵਿਚਾਰ ਲੈਣੇ। ਵੀਰ ਜੀ ਆਪ ਜੀ ਨਾਮ? ਪਰਮਿੰਦਰ ਸਿੰਘ। ਪ੍ਰਵਿੰਦਰ ਸਿੰਘ ਜੀ, ਤੁਸੀਂ ਅੱਜ ਇੱਥੇ ਖਾਲਸੇ ਦੇ ਪ੍ਰਗਟ ਦਿਵਸ ਦੇ ਸ਼ਾਮਲ ਸੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਗਲੈਂਡ ਵਿੱਚ ਬੈਠੇ ਸਾਰੇ ਯੂਰਪ ਦੇ ਵਿੱਚ ਬੈਠੇ ਸੰਗਤਾਂ ਨੂੰ ਮੇਰੇ ਵੱਲੋਂ ਖਾਲਸਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ
ਤੇ ਮੈਂ ਸਾਰੀ ਸੰਗਤ ਵੱਲੋਂ ਪੋਸਟ ਦੀ ਸੰਗਤ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਿੱਖ ਚੈਨਲ ਦਾ ਖਾਸ ਕਰਕੇ ਧੰਨਵਾਦ ਕਰਦਾ, ਕਿਉਂਕਿ ਮੈਂ ਬੋਲਣਾ ਚਾਹੁੰਦਾ ਸੀ ਬੜੀ ਦੇਰ ਤੋਂ। ਮੈਂ ਅੱਜ ਬੋਲਦਾ, ਜੋ ਵੀ ਅਸੀਂ ਇੱਥੇ ਹੈਗੇ, ਭਾਵੇਂ ਅਸੀਂ ਵਾਲ ਕਟਾਏ ਕਿਸ ਤਰ੍ਹਾਂ ਵੀ ਆ, ਸਾਨੂੰ ਇੰਡੀਆ ਕੁਛ ਆਪਣੇ ਧਰਮ ਬਾਰੇ, ਚਾਹੇ ਜੋ ਸਾਡੇ ਤੇ ਅਤਿਆਚਾਰ ਇੰਡੀਆ ਵਿੱਚ ਹੋ ਰਹੇ ਨੇ ਉਹਨਾਂ ਬਾਰੇ ਸਾਨੂੰ ਕੁਝ ਨਹੀਂ ਸੀਗਾ ਪਤਾ। ਸਾਨੂੰ ਜੋ ਵੀ ਅੱਜ ਪਤਾ ਲੱਗਾ, ਚਾਹੇ ਸਾਨੂੰ 84 ਬਾਰੇ ਕੁਝ ਪਤਾ ਲੱਗਾ, ਬਲੂ ਸਟਾਰ ਬਾਰੇ ਪਤਾ ਲੱਗਾ, ਸਾਨੂੰ ਸਿੱਖ ਚੈਨਲ ਤੋਂ ਸਾਰੀ ਜਾਣਕਾਰੀ ਮਿਲਦੀ ਹੈ। ਮੈਂ ਹੱਥ ਜੋੜ ਕੇ ਸਾਰੀ ਯੂਰਪ ਦੀ ਸੰਗਤ ਨੂੰ ਔਰ ਇੰਗਲੈਂਡ ਦੇ ਵਿੱਚ ਵਸਦੇ ਸਿੱਖ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਿੱਖ ਚੈਨਲ ਨੂੰ ਸਪੋਰਟ ਕੀਤੀ ਜਾਵੇ, ਕਿਉਂਕਿ ਇਹਨੂੰ ਅਸੀਂ ਸਪੋਰਟ ਕਰਕੇ ਇੰਡੀਆ ਵਿੱਚ ਵੀ ਲਿਆ ਜਾਵੇ, ਜੋ ਸਰਕਾਰਾਂ ਸਾਡੇ ਨਾਲ ਇੰਡੀਆ ਦੀਆਂ ਕਰ ਰਹੀਆਂ, ਸਾਨੂੰ ਉਹਦੇ ਬਾਰੇ ਜਾਗਰੂਕ ਕੀਤਾ ਜਾਵੇ। ਜੋ ਸਾਡੇ ਵੀਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਮਰ ਰਹੇ ਨੇ ਉਹਨਾਂ ਨੂੰ ਜਗਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਸ਼ੁਭ ਨਾਮ ਜੀ? ਭਾਈ ਹਰਚੰਦ ਸਿੰਘ ਜੀ। ਪਹਿਲਾਂ ਤੇ ਸਮੂਹ ਸਿੱਖ ਜਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ। ਇਹ ਇੱਕ ਪ੍ਰੋਬਲਮ ਹੈ ਕਿ ਤੁਸੀਂ ਇੱਥੇ ਆ ਕੇ ਆਪਣੀ ਪੰਜਾਬੀ ਨੂੰ ਟੁੱਟੇ ਜਾਂਦੇ ਹੋ, ਕਿਉਂਕਿ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਬੱਚੇ ਪੰਜਾਬੀ ਨਹੀਂ ਬੋਲਦੇ, ਬਹੁਤ ਘੱਟ ਬੋਲਦੇ ਨੇ। ਤੇ ਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਜੁੜਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਹਨੂੰ ਐਜ਼ ਏ ਮਿਊਜ਼ਿਕ, ਗੁਰਮਤਿ ਸੰਗੀਤ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ। ਵੀਰ ਜੀ ਤੁਹਾਨੂੰ ਮੈਂ ਟੋਕਦਾ, ਪਰ ਜਿਸ ਤਰ੍ਹਾਂ ਬਾਰਸੀਲੋਨਾ ਹੋਰ ਸ਼ਹਿਰ ਹੈ ਜਿੱਥੇ ਬਹੁਤ ਬੱਚੇ ਹੈ ਤੇ ਬਹੁਤ ਫੈਮਲੀਆਂ ਤੇ ਪਰਿਵਾਰ ਹੈ ਤੇ ਗੁਰਦੁਆਰੇ ਵੀ ਬਹੁਤ, ਜਿੱਦਾਂ ਉਹਨਾਂ ਕੋਲ ਪੈਸਾ ਹੈ ਖਰਚ ਕਰ ਸਕਦੇ, ਪਰ ਉਹ ਬੱਚਿਆਂ ਨੂੰ ਨਹੀਂ ਤਿਆਰ ਕਰ ਰਿਹਾ। ਉਹਦਾ ਕੀ ਕਾਰਨ ਹੈ? ਉੱਥੇ ਗ੍ਰੰਥੀ ਸਿੰਘ ਵੀ ਹੈਗੇ ਹੈ, ਕੀ ਕਾਰਨ ਤੁਹਾਡੇ ਮਨ ਵਿੱਚ ਇਹ ਕਿਉਂ ਫੁਰਨਾ ਆਇਆ? ਨਹੀਂ, ਉਹ ਆਪਣੀ ਆਪਣੀ ਸੋਚ ਹੈ ਸਾਰਿਆਂ ਦੀ ਕਿ ਬੱਚਿਆਂ ਨੂੰ ਤਿਆਰ ਕਰਨਾ ਹੈ ਕਿ ਨਹੀਂ ਕਰਨਾ, ਕਿਉਂਕਿ ਅਗਰ ਅੱਜ ਅਸੀਂ ਇਹਨਾਂ ਨੂੰ ਤਿਆਰ ਕਰਾਂਗੇ ਤੇ ਕੱਲ ਨੂੰ ਸਾਨੂੰ ਅੱਗੇ ਕਿਸੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨਾ, ਇਹਨਾਂ ਨੇ ਕਿਤੇ ਜਾ ਕੇ ਕਿਸੇ ਚੈਨਲ ਤੇ ਕਿਸੇ ਦੂਰ ਜਗ੍ਹਾ ਦੂਸਰੇ ਦੇਸ਼ 'ਚ ਜਾ ਕੇ ਵੀ ਪਤਾ ਲੱਗਣਾ ਚਾਹੀਦਾ। ਦੂਸਰੀ ਗੱਲ ਇਹ ਵੀ ਕਿ ਸਾਰਿਆਂ ਦਾ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਤੇ ਮੇਰਾ ਸ਼ੌਂਕ ਹੈ ਵੀ ਚਲੋ ਬੱਚੇ, ਜੇ ਮੈਂ ਆਪ ਗੁਰਮਤਿ ਸੰਗੀਤ ਨਾਲ ਜੁੜਿਆ ਤੇ ਅੱਗੋਂ ਬੱਚੇ ਵੀ ਗੁਰਮਤਿ ਸੰਗੀਤ ਨਾਲ ਜੁੜਨ। ਜਦੋਂ ਤੁਸੀਂ ਇਹਨਾਂ ਨੂੰ ਕੀਰਤਨ ਸਿਖਾਉਣਾ ਸ਼ੁਰੂ ਕੀਤਾ ਤੁਹਾਨੂੰ ਕਿਹੜੀਆਂ ਪ੍ਰੋਬਲਮ ਆਈਆਂ? ਮੇਰੇ ਹਿਸਾਬ ਨਾਲ ਤੇ ਮੈਨੂੰ ਤੇ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਬੱਚੇ ਸਾਰੇ ਹੁਸ਼ਿਆਰ ਆਪੇ ਇਹਨੇ ਤੁਹਾਡਾ ਸਾਥ ਦਿੱਤਾ? ਜੀ ਬਿਲਕੁਲ ਬਿਲਕੁਲ, ਸਾਰੇ ਬੜੇ ਕੋਆਪਰੇਟਿਵ ਨੇ। ਜਦੋਂ ਸੈਟਰਡੇ ਨੂੰ ਜਾਂ ਸੰਡੇ ਨੂੰ ਜਾਂ ਹੋਰ ਵੀ ਵੀਕਡੇ ਦੇ ਵਿੱਚ ਕੋਈ ਛੁੱਟੀ ਹੁੰਦੀ ਹੈ ਤੇ ਬੜੇ ਟਿਕਟਾਂ ਦੇ ਪੈਸੇ ਖਰਚ ਕੇ ਦੂਰ ਦੂਰ ਤੋਂ, ਤੇ ਕੋਈ ਕਿਸੇ ਪਿੰਡ ਤੋਂ ਹੈ, ਕੋਈ ਥੋੜਾ ਹੋਰ ਦੂਸਰੇ ਪਿੰਡ ਤੋਂ ਹੈ, ਉਹ ਆ ਕੇ ਫਿਰ ਪੂਰਾ ਸਮਾਂ ਲਾਉਂਦੇ ਨੇ। ਹਾਂਜੀ, ਤੇ ਗਾਹਾਂ ਨੂੰ ਤੁਸੀਂ ਹੋਰ ਗਾਹਾਂ ਅੱਗੇ ਵਧੂ ਇਹਨਾਂ ਨੂੰ ਕਰਨ ਲਈ ਕੀ ਗੁਰਮਤਿ ਦੀਆਂ ਕਲਾਸਾਂ, ਜਿਹੜੀ ਕੀਰਤਨ ਕਲਾਸਾਂ ਚੱਲ ਰਹੀਆਂ ਨੇ ਲਗਾਤਾਰ, ਤੇ ਅੱਗੇ 3 ਮਹੀਨੇ ਛੁੱਟੀਆਂ ਹੋਣੀਆਂ ਨੇ ਤੇ ਉਦੋਂ ਗੁਰਬਾਣੀ ਸੰਥਿਆ ਦਾ ਵੀ ਆਰੰਭ ਕੀਤਾ ਜਾਏਗਾ। ਤੇ ਹੋਰ ਵੀ ਜਿਸ ਤਰ੍ਹਾਂ ਬੀਬੀਆਂ ਨੇ ਉਹ ਕਹਿੰਦੀਆਂ ਨੇ ਵੀ ਅਸੀਂ ਗੁਰਬਾਣੀ ਸੰਥਿਆ ਲੈਣੀ ਹੈ, ਉਹਨਾਂ ਵਾਸਤੇ ਵੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਬਹੁਤ ਵਧੀਆ ਇਹਨਾਂ ਦਾ ਮੈਸੇਜ ਹੈ ਵੀਰ ਜੀ ਦਾ, ਤੇ ਜੇ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਨਾਲੋਂ ਟੁੱਟ ਗਏ, ਸਾਡੀ ਗੁਰਬਾਣੀ ਜਿਹੜੀ ਸਾਰੀ ਪੰਜਾਬੀ ਵਿੱਚ ਹੈ ਤੇ ਇਹ ਸਾਡੇ ਬੱਚੇ ਗੁਰਬਾਣੀ ਤੋਂ ਵਾਂਝੇ, ਸਾਡੇ ਗੁਰੂ ਦੀ ਸਿੱਖੀ ਤੋਂ ਵਾਂਝੇ ਹੋ ਜਾਣਗੇ। ਆਓ ਵੀਰ ਜੀ ਦੇ ਵਿਚਾਰ ਲੈਣੇ ਇਹ ਅੱਜ ਦੇ ਦਿਨ ਤੇ ਸਿੱਖ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤੇ ਬਹੁਤ ਸਿੱਖ ਚੈਨਲ ਨੂੰ ਵਧਾਈਆਂ ਕਿ ਜਿਹੜਾ ਜੋ ਗੱਲਾਂ ਸਾਨੂੰ ਇੰਡੀਆ ਬੈਠੇ ਨੂੰ ਨਹੀਂ ਪਤਾ ਹੁੰਦੀਆਂ ਸੀ, ਉਹ ਇੱਥੇ ਆ ਕੇ ਸਾਨੂੰ ਸਿੱਖ ਚੈਨਲ ਦੇ ਰਾਹੀਂ ਗੁਰਮਤਿ ਦੀ ਗੱਲ ਪਤਾ ਚੱਲ ਰਹੀ ਹੈ। ਅਸੀਂ ਇੰਡੀਆ ਫੋਨ ਕਰੀਏ ਕਿ ਤੁਹਾਨੂੰ ਇਹ ਗੱਲ ਪਤਾ ਹੈ ਤੇ ਉਹ ਕਹਿੰਦੇ ਨੇ ਸਾਨੂੰ ਤੇ ਇਸ ਗੱਲ ਬਾਰੇ ਪਤਾ ਹੀ ਨਹੀਂ, ਤੇ ਅਸੀਂ ਉਹਨਾਂ ਨੂੰ ਉਲਟਾ ਦੱਸਨੇ ਆ ਵੀ ਇਸ ਜਗ੍ਹਾ ਤੇ ਇਹ ਹੋ ਰਿਹਾ, ਇਸ ਜਗ੍ਹਾ ਤੇ ਗੁਰਮਤਿ ਪ੍ਰਚਾਰ ਹੋ ਰਿਹਾ, ਇਸ ਜਗ੍ਹਾ ਤੇ ਕੋਈ ਬੇਅਦਬੀ ਹੋਈ ਹੈ, ਉੱਥੇ ਪਤਾ ਵੀ ਨਹੀਂ ਹੋਏਗਾ ਕਿਉਂਕਿ ਉੱਥੇ ਮੀਡੀਆ ਇੰਨਾ ਸਿੱਖ ਜਗਤ ਵਾਸਤੇ ਲਾਭਵੰਦ ਨਹੀਂ ਹੈਗਾ। ਤੇ ਅਸੀਂ ਧੰਨਵਾਦੀ ਹਾਂ ਸਿੱਖ ਚੈਨਲ ਦੇ, ਜਿਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਆਪਣੀ ਗੁਰਮਤਿ ਨਾਲ ਜੋੜਿਆ, ਗੁਰਸਿੱਖੀ ਨਾਲ ਜੋੜਿਆ ਤੇ ਹਰ ਤਤ ਗੁਰਮਤਿ ਦੀ ਗੱਲ ਘਰ ਘਰ ਪਹੁੰਚਾ ਰਿਹਾ। ਠੀਕ ਹੈ ਜੀ, ਹੋਰ ਕੁਝ ਕਹਿਣਾ ਚਾਹੁੰਦੇ ਜੀ ਅੱਜ ਦੇ ਦਿਨ? ਬਹੁਤ ਬਹੁਤ ਮਿਹਰਬਾਨੀ, ਸਤਿਗੁਰੂ ਕਿਰਪਾ ਕਰਨ, ਸਿੱਖ ਚੈਨਲ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਸਿੱਖ ਚੈਨਲ ਜਿੰਦਾਬਾਦ। ਜੀ ਦਾ ਵੀਰ ਜੀ ਸ਼ੁਭ ਨਾਮ? ਰਾਜਵੀਰ ਸਿੰਘ। ਰਾਜਵੀਰ ਸਿੰਘ ਜੀ, ਤੁਸੀਂ ਸਿੱਖ ਚੈਨਲ ਰਾਹੀਂ ਅੱਜ ਕੀ ਕਹਿਣਾ ਚਾਹੁੰਦੇ? ਮੈਂ ਸਿੱਖ ਚੈਨਲ ਰਾਹੀਂ ਅੱਜ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਵਿਸਾਖੀ ਦੇ ਸ਼ੁਭ ਪੂਰਬ ਦੀਆਂ ਸ਼ੁਭ ਵਧਾਈਆਂ ਦਿੰਦਾ ਹਾਂ ਤੇ ਦੂਜੇ ਪਾਸੇ ਸੰਨ 1978 ਦੀ ਖੂਨੀ ਵਿਸਾਖੀ ਬਾਰੇ ਵੀ ਸਾਧ ਸੰਗਤ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ, ਜੋ ਅਸੀਂ ਸਾਰੇ ਭੁੱਲ ਚੁੱਕੇ ਹਾਂ। ਤੇ ਉਹਨਾਂ ਦੀ ਪਾਈ ਹੋਈ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਖਾਲਿਸਤਾਨ ਦੀ ਜੋ ਉਹਨਾਂ ਦੀ ਰੀਤ ਤੋਰੀ ਸੀਗੀ, ਉਸ ਨੂੰ ਸੰਤ ਭਿੰਡਰਾਣਾ ਨੇ ਅੱਗੇ ਤੋਰਿਆ, ਪਰ ਅਸੀਂ ਹੁਣ ਦਿਨ ਬਾਅਦ ਦਿਨ ਉਹਨਾਂ ਦੀਆਂ ਸਾਰੀਆਂ ਜੋ ਵੀ ਉਹਨਾਂ ਦੀਆਂ ਪਰੰਪਰਾਵਾਂ ਭੁੱਲੀ ਜਾ ਰਹੇ ਹਾਂ ਤੇ ਸਾਨੂੰ ਉਹਨਾਂ ਦੇ ਪਹਿਰਾ ਦੇਣ ਦੀ ਲੋੜ ਹੈ। ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਖਾਲਸੇ ਦੇ ਪ੍ਰਗਟ ਦਿਵਸ ਤੇ ਵੀ ਕੀ ਕਹਿਣਾ ਚਾਹੁੰਦੇ? ਖਾਲਸੇ ਦੇ ਜਨਮ ਦਿਹਾੜੇ ਦੀ ਸਰਬੱਤ ਸੰਸਾਰ ਸੰਗਤ ਨੂੰ ਲੱਖ ਲੱਖ ਵਧਾਈ ਜੀ। ਠੀਕ ਹੈ ਜੀ, ਤੁਹਾਨੂੰ ਵੀ ਬਹੁਤ ਬਹੁਤ ਸਿੱਖ ਚੈਨਲ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੱਖ ਚੈਨਲ ਅੱਜ ਪਹੁੰਚਿਆ ਸਪੇਨ ਦੇ ਸ਼ਹਿਰ ਮੋਸ ਤੇ, ਜਿੱਥੇ ਕਿ ਅੱਜ ਪ੍ਰਬੰਧਕਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਉਹਨਾਂ ਨਾਲ ਵਿਚਾਰ ਕਰਦੇ ਹਾਂ। ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪ ਜੀ ਦਾ ਸ਼ੁਭ ਨਾਮ? ਹਰਪਾਲ ਸਿੰਘ ਫੌਜੀ ਫੌਜੀ। ਹਰਪਾਲ ਸਿੰਘ ਜੀ ਫੌਜੀ ਜੀ, ਅੱਜ ਖਾਲਸੇ ਦੇ ਪ੍ਰਗਟ ਦਿਵਸ ਤੇ ਤੁਸੀਂ ਇੱਥੇ ਖਾਲਸੇ ਦਾ ਜਨਮ ਦਿਨ, ਖਾਲਸੇ ਦਾ ਪ੍ਰਗਟ ਦਿਵਸ ਮਨਾਇਆ, ਤੇ ਇਹ ਕਿੰਨੇ ਚਿਰ ਤੋਂ ਮਨਾਉਂਦੇ ਜੀ? ਇਹ ਸਾਨੂੰ ਜੀ 4 ਸਾਲ ਹੋ ਗਏ ਆ ਲਗਾਤਾਰ ਚੱਲਦਾ। ਪਹਿਲੇ ਸਾਡੇ ਘਰਾਂ 'ਚ ਹੁੰਦਾ ਸੀ ਪ੍ਰੋਗਰਾਮ ਨਾਰਮਲ, ਫਿਰ ਸਾਡੇ 2-3 ਐਕਸੀਡੈਂਟ ਹੋ ਗਏ ਇੱਥੇ। ਉਸ ਤੋਂ ਬਾਅਦ 'ਚ ਅਸੀਂ ਮਤਲਬ ਮਹਾਰਾਜ ਸਰੂਪ ਲੈਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਐਡੀ ਕਿਰਪਾ ਹੋਈ ਮਹਾਰਾਜ ਦੀ ਕਿ ਜਦੋਂ ਸਰੂਪ ਆਉਣ ਲੱਗਾ ਮਹਾਰਾਜ ਦਾ ਕੋਈ ਐਸੀ ਗੱਲਬਾਤ ਨਹੀਂ ਹੋਈ। ਪਹਿਲਾਂ ਬੜੇ ਸਾਡੇ ਗੁਰੂ ਘਰ ਦੀ ਮਤਲਬ ਪ੍ਰੋਬਲਮ ਹੈ, ਇੱਥੇ ਗੁਰੂ ਘਰ ਹੈ ਨਹੀਂਗਾ, ਤੇ ਇਸ ਕਰਕੇ ਮਤਲਬ ਚੱਲ ਰਿਹਾ ਪ੍ਰਪੋਜ਼ ਚੱਲਦਾ ਪਿਆ। ਜਦੋਂ ਵੀ ਕਿ ਮਹਾਰਾਜ ਕਿਰਪਾ ਕੀਤੀ ਤੇ ਗੁਰੂ ਘਰ ਵੀ ਬਣ ਜਾਏਗਾ। ਤੇ ਉਸ ਤੋਂ ਬਾਅਦ ਸਿੱਖ ਚੱਲਦਾ ਬਹੁਤ ਬਹੁਤ ਧੰਨਵਾਦੀਆਂ ਜੀ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਪੋਸਟ ਦੇ ਵਿੱਚ ਆਪਣੇ ਦਰਸ਼ਨ ਦਿੱਤੇ ਆ, ਨਾਲੇ ਪੂਰੀ ਕਵਰੇਜ ਕੀਤੀ ਹੈ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ 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 ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਰ ਸੱਚੇ ਤਖਤ ਚਾਇਆ ਸਤ ਸੰਗਤ ਮੇਲਾ, ਹਰ ਸੱਚੇ ਤਖਤ ਚਾਇਆ ਸਤ ਸੰਗਤ ਮੇਲਾ, ਹਰ ਸੱਚੇ ਤਖਤ ਚਾਇਆ ਸਤ ਸੰਗਤ ਮੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਗੁਰ ਸਿਮਰ ਮਨਾਈ ਕਾਲ ਕਾ
ਗੁਰ ਚੇਲਾ